Kalyanpur School Principal Namita Ma'am, Mrs. Parminder Kaur from Department of Applied Science, GPCG Jalandhar, DEO Jalandhar, Vocational Teachers of Jalandhar District, Deepak Chauhan from Government Senior Secondary School, Pode Saprai Jalandhar, Professor Damanjeet Kaur from Government Girls Senior Secondary School, Shankar. I will also welcome Principal Government Senior Secondary School, Rastogo, Jalandhar, and Guidance Teacher Srimati Gagandeep Kaur, and Shikha Ma'am from Government Senior Secondary School, Phogpur. I also welcome all the HODs from Government Polytechnic College, Jalandhar, and faculty who joined this webinar. I welcome all the participants from the behalf of Government Polytechnic College for Girls, Jalandhar. I also welcome Principal Government Senior Secondary School, Uddopur Barsal, Jalandhar, and Guidance Teacher Sukhbans Kaur, Hindi Mistress. आज ਦਾ ਜਿਹੜਾ ਵੈਬਿਨਾਰ ਹੈ, ਵੈਬਿਨਾਰ ਸਾਡਾ ਜਿਹੜਾ ਬੇਸਿਕਲੀ ਸਾਡਾ ਟੌਪਿਕ ਹੈ ਉਹ ਹੈਗਾ ਆ ਕੈਰੀਅਰ ਕਾਉਂਸਲਿੰਗ ਦਾ। ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ। ਕਿਸੇ ਵੀ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਉਸ ਕੰਮ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਉਸ ਕੰਮ ਬਾਰੇ ਲੋੜ ਦਿੰਦੀ ਸਿੱਖਿਆ ਪ੍ਰਾਪਤ ਹੋਵੇ ਅਤੇ ਕੋਈ ਮਾਰਗਦਰਸ਼ਕ ਜਾਂ ਗੁਰੂ ਹੋਵੇ। ਇਸੇ ਤਰ੍ਹਾਂ ਜ਼ਿੰਦਗੀ ਵੀ ਇੱਕ ਕੰਮ ਦੀ ਤਰ੍ਹਾਂ ਹੈ ਜਿਸ ਨੂੰ ਸਹੀ ਢੰਗ ਨਾਲ ਜਿਉਣ ਲਈ ਇੱਕ ਚੰਗੇ ਮਾਰਗਦਰਸ਼ਕ ਅਤੇ ਦਿਸ਼ਾ ਨਿਰਦੇਸ਼ ਦੀ ਜ਼ਰੂਰਤ ਹੁੰਦੀ ਹੈ। ਇੱਕ ਕੈਰੀਅਰ ਕਾਉਂਸਲਰ ਦਾ ਕੰਮ ਸਟੂਡੈਂਟ ਅਤੇ ਪ੍ਰੋਫੈਸ਼ਨਲਸ ਨੂੰ ਉਹਨਾਂ ਦੀ ਪੜ੍ਹਾਈ, ਇੰਟਰਸਟ ਅਤੇ ਆਪਦੇ ਗੋਲਸ ਦੇ ਅਕੋਰਡਿੰਗ ਸਟੂਡੈਂਟ ਨੂੰ ਦਿਸ਼ਾ ਨਿਰਦੇਸ਼ ਦੇਣਾ ਹੈ। ਜ਼ਿਆਦਾਤਰ ਦੇਖਣ 'ਚ ਆਉਂਦਾ ਹੈ ਕਿ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀ ਦਿਸ਼ਾਹੀਨ ਹੋ ਜਾਂਦੇ ਹੈ ਅਤੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹ ਕਿਹੜੀ ਪ੍ਰੋਫੈਸ਼ਨਲ ਸਿੱਖਿਆ ਪ੍ਰਾਪਤ ਕਰਨ। ਇਸ ਦੇ ਲਈ ਉਹ ਜ਼ਿਆਦਾਤਰ ਆਪਣੇ ਪਰਿਵਾਰਿਕ ਮੈਂਬਰਾਂ, ਦੋਸਤਾਂ, ਆਂਢ ਗੁਆਂਢ ਦੇ ਲੋਕਾਂ ਤੋਂ ਜਾਂ ਆਂਢ ਗੁਆਂਢ ਜਿਹੜੇ ਵੀ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਤੋਂ ਸਲਾਹ ਮਸ਼ਵਰਾ ਲੈਂਦੇ ਹੈ। ਇਹ ਜੋ ਜਾਣਕਾਰੀ ਕਿਸੇ ਵੀ ਸਟੂਡੈਂਟ ਦੁਆਰਾ ਇਕੱਤਰਿਤ ਕੀਤੀ ਜਾਂਦੀ ਹੈ ਉਹਦਾ ਕੋਈ ਆਧਾਰ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਆਂਢ ਗੁਆਂਢ 'ਚ ਲੋਕੀ ਜੋ ਵੀ ਕੋਰਸ ਕਰ ਰਹੇ ਹੁੰਦੇ ਨੇ ਜਾਂ ਵਰਕਿੰਗ ਪ੍ਰੋਫੈਸ਼ਨਲਸ ਜੋ ਵੀ ਜੌਬ ਕਰ ਰਹੇ ਹੁੰਦੇ ਨੇ ਉਹਦੇ ਹਿਸਾਬ ਨਾਲ ਉਹ ਉਹਨਾਂ ਨੂੰ ਗਾਈਡ ਕਰਦੇ ਨੇ। ਬੱਚੇ ਦੇ ਇੰਟਰਸਟ ਨੂੰ, ਐਪਟੀਟਿਊਡ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ। ਇਸੇ ਲਈ ਕਿਸੇ ਵੀ ਕੈਰੀਅਰ ਪ੍ਰੋਫੈਸ਼ਨਲ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਕੈਰੀਅਰ ਪ੍ਰੋਫੈਸ਼ਨਲ ਹੈ ਉਹ ਬੱਚੇ ਦੀ ਇੰਟਰਸਟ ਦੇ ਅਕੋਰਡਿੰਗ, ਐਪਟੀਟਿਊਡ ਦੇ ਅਕੋਰਡਿੰਗ, ਨੌਲੇਜ ਦੇ ਅਕੋਰਡਿੰਗ, ਕਿਸ ਸਬਜੈਕਟ 'ਚ ਉਹਦੀ ਰੁਚੀ ਹੈਗੀ ਹੈ ਉਹਦੇ ਹਿਸਾਬ ਨਾਲ ਬੱਚੇ ਨੂੰ ਗਾਈਡ ਕਰ ਸਕੇ ਤਾਂ ਕਿ ਬੱਚਾ ਆਪਣੀ ਲੋੜ ਦੇ ਅਨੁਸਾਰ ਆਪਣੇ ਕੋਰਸ ਨੂੰ ਚੂਜ਼ ਕਰ ਸਕੇ। ਇਹ ਵੀ ਦੇਖਣ 'ਚ ਆਇਆ ਆ ਕਿ ਕਦੀ ਬੱਚੇ ਆਪਣੇ ਦੋਸਤਾਂ ਦੇ ਪਿੱਛੇ ਲੱਗ ਕੇ ਕੋਈ ਨਾ ਕੋਈ ਕੋਰਸ ਜੁਆਇਨ ਕਰ ਲੈਂਦੇ ਨੇ, ਜਦ ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਪੜ੍ਹਾਈ ਹੈ ਇਹ ਔਖੀ ਹੈ ਜਾਂ ਫਿਰ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਨਹੀਂ ਹੈ। ਮੁਸ਼ਕਿਲ ਇਹ ਹੁੰਦੀ ਹੈ ਕਿ ਉਹਨਾਂ ਨੂੰ ਸਹੀ ਰੁਜ਼ਗਾਰ ਪ੍ਰਾਪਤ ਨਹੀਂ ਹੁੰਦਾ, ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੜ੍ਹਾਈ ਤਾਂ ਉਹ ਪੂਰੀ ਕਰ ਹੀ ਲੈਂਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ, ਬਟ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਨੂੰ ਸਹੀ ਰੋਜ਼ਗਾਰ ਨਹੀਂ ਮਿਲਦਾ। ਇੱਥੇ ਕੈਰੀਅਰ ਕਾਉਂਸਲਰ ਦਾ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਪੋਲੀਟੈਕਨਿਕ ਕਾਲਜ ਫॉर ਗਰਲਸ ਜਲੰਧਰ ਨੇ ਅੱਜ ਦਾ ਵੈਬਿਨਾਰ ਰੱਖਿਆ ਆ ਤਾਂ ਕਿ ਅਸੀਂ ਗਵਰਨਮੈਂਟ ਸਕੂਲਸ ਦੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕੀਏ, ਉਹਨਾਂ ਨੂੰ ਸਮਝਾਈਏ ਕਿ ਕਿਹੜੀ ਜਿਹੜੀ ਆਈ ਹੈ ਉਹ ਉਹਨਾਂ ਲਈ ਜ਼ਰੂਰੀ ਹੈ। ਸਾਡਾ ਕਾਲਜ ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਜਲੰਧਰ ਪ੍ਰੋਫੈਸ਼ਨਲ ਕਾਲਜ ਹੈ ਜੋ ਕਿ 1917 ਚ ਐਸਟੈਬਲਿਸ਼ ਹੋਇਆ ਸੀਗਾ। ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਜਲੰਧਰ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਨਿਊ ਦਿੱਲੀ ਦੁਆਰਾ ਇੱਕ ਹੈ। ਸਾਡਾ ਕਾਲਜ ਲਾਡੋਵਾਲ ਰੋਡ ਜਲੰਧਰ ਤੇ ਸਥਿਤ ਹੈ, ਜਿਸ ਦੀ ਦੂਰੀ ਬੱਸ ਸਟੈਂਡ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤੋਂ 1.5 ਕਿਲੋਮੀਟਰ ਹੈ। ਸਾਡਾ ਜਿਹੜਾ ਕੈਂਪਸ ਹੈ ਉਹ ਬਹੁਤ ਹੀ ਸੋਹਣਾ ਕੈਂਪਸ ਹੈ। ਐਡਮਿਨਿਸਟ੍ਰੇਟਿਵ ਬਲਾਕ ਹੈ ਜਿਹਦੇ ਚ हॉस्टल है, स्टाफ कॉलोनी है, वेल मेंटेन लॉन्स है, ग्राउंड्स ने एंड साडा कॉलेज 10 एकड़ च फैलिया होया है।
ਸਾਡੇ ਕਾਲਜ 'ਚ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਚੱਲਦੇ ਨੇ। ਸਾਡੇ ਕਾਲਜ 'ਚ 8 ਡਿਪਲੋਮਾ ਕੋਰਸਿਸ ਚੱਲ ਰਹੇ ਨੇ ਤੇ ਬੱਚਾ ਆਪਣੀ ਇੰਟਰਸਟ ਦੇ ਅਕੋਰਡਿੰਗ ਉਹਨਾਂ ਕੋਰਸਿਸ ਨੂੰ ਚੂਜ਼ ਕਰ ਸਕਦਾ ਹੈ। ਡਿਪਲੋਮਾ in architecture assistantship, chemical engineering, computer engineering, electronics and communication engineering, information technology, library and information science, modern office practices and D pharmacy ਦੇ ਡਿਪਲੋਮੇ ਸਾਡੇ ਕਾਲਜ 'ਚ ਚੱਲ ਰਹੇ। ਜੇ ਅਸੀਂ ਗੱਲ ਕਰੀਏ ਸੀਟਸ ਦੀ, ਆਰਕੀਟੈਕਚਰ ਅਸਿਸਟੈਂਟਸ਼ਿਪ 'ਚ 30 ਸੀਟਾਂ ਨੇ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ 60 ਸੀਟਾਂ ਨੇ, केमिकल इंजीनियरिंग च 30 सीटां, इलेक्ट्रॉनिक्स एंड कम्युनिकेशन इंजीनियरिंग च 60 सीटां, इंफॉर्मेशन टेक्नोलॉजी, मॉडर्न ऑफिस प्रैक्टिसेस एंड लाइब्रेरी एंड इंफॉर्मेशन साइंस च 30 सीटां ते डी फार्मेसी च 30 सीटां। जे मैं गल करां 10वीं तो बाद जिहड़े बच्चे एडमिशन लेना चाहते ने उन्हां लई डिप्लोमा 3 साल दा होवेगा, क्योंकि बेसिक जिहड़ी एलिजिबिलिटी है डिप्लोमा कोर्सेस दी वो 10th है ते 10th वाले बच्चे ਲਈ ਜਿਹੜਾ ਕੋਰਸ ਹੈ ਡਿਪਲੋਮਾ ਦਾ ਉਹ 3 ਸਾਲ ਦਾ ਹੋਏਗਾ। +2 ਕਰਕੇ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਨੇ, ਸਪੈਸ਼ਲੀ ਜਿਹੜੇ ਬੱਚਿਆਂ ਨੇ ਮੈਡੀਕਲ ਐਂਡ ਨਾਨ ਮੈਡੀਕਲ ਕੀਤਾ ਹੁੰਦਾ ਆ, ਉਹਨਾਂ ਨੂੰ ਲੇਟਰਲ ਐਂਟਰੀ 'ਚ ਐਡਮਿਸ਼ਨ ਮਿਲਦਾ ਆ ਤੇ ਉਹਨਾਂ ਲਈ ਡਿਪਲੋਮਾ ਦਾ ਜਿਹੜਾ ਕੋਰਸ ਹੈ ਉਹ ਸਿਰਫ 2 ਸਾਲ ਦਾ ਰਹਿ ਜਾਂਦਾ ਹੈ। ਸਟੱਡੀਜ਼ ਦੇ ਨਾਲ ਅਸੀਂ ਐਕਸਟਰਾ ਕੋ-ਕਰਿਕੂਲਰ ਐਕਟੀਵਿਟੀਜ਼ ਤੇ ਵੀ ਧਿਆਨ ਦਿੰਦੇ ਆ, ਬਿਕੋਜ਼ ਅਸੀਂ ਇਹ ਬਿਲੀਵ ਕਰਦੇ ਆ ਕਿ ਇੱਕ ਓਵਰਆਲ ਹਿਊਮਨ ਬੀਇੰਗ ਡਿਵੈਲਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਬੱਚੇ ਕੌਨਫੀਡੈਂਟ ਹੋਣ, ਉਹਨਾਂ ਦਾ ਵਿਜ਼ਨ ਕਲੀਅਰ ਹੋਵੇ, ਉਹ ਵਧੀਆ ਤਰੀਕੇ ਨਾਲ ਆਪਣੀ ਰੁਜ਼ਗਾਰ ਨੂੰ ਨਿਭਾ ਸਕਣ ਤੇ ਇਹਦੇ ਕਰਕੇ ਅਸੀਂ ਆਪਣੇ ਕਾਲਜ 'ਚ ਬਹੁਤ ਜ਼ਿਆਦਾ ਐਕਸਟਰਾ ਕੋ-ਕਰਿਕੂਲਰ ਐਕਟੀਵਿਟੀਜ਼ ਵੀ ਕਰਵਾਉਂਦੇ। ਠੀਕ ਹੈ। ਜੇ ਅਸੀਂ ਫੀਸ ਦੀ ਗੱਲ ਕਰੀਏ ਤੇ ਸਾਡੇ ਕਾਲਜ ਦੀ ਫੀਸ ਬਹੁਤ ਹੀ ਘੱਟ ਹੈ, ਬਿਕੋਜ਼ ਸਾਡੇ ਕਾਲਜ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਦੁਆਰਾ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਜੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ, ਸਾਡੇ ਕੋਲ ਜਿਹੜੀ ਮੇਨ ਸਕਾਲਰਸ਼ਿਪ ਸਕੀਮ ਹੈ that is for SC ST ਸਟੂਡੈਂਟ, ਅਨੁਸੂਚਿਤ ਜਾਤੀ ਜਨਜਾਤੀ ਦੇ ਬੱਚਿਆਂ ਲਈ ਜੇ ਅਸੀਂ ਗੱਲ ਕਰੀਏ ਤੇ 3 ਸਾਲ ਦੀ ਫੀਸ ਸਿਰਫ 1733 ਰੁਪਏ ਹੈ। ਠੀਕ ਹੈ, ਜਿਹਦੇ ਚ 1133 ਰੁਪਏ ਤੁਹਾਡੀ ਫੀਸ ਹੈ ਤੇ 550 ਰੁਪਏ ਤੁਹਾਡੀ ਰਜਿਸਟ੍ਰੇਸ਼ਨ ਫੀਸ ਹੈ ਤੇ 3 ਸਾਲ ਦੇ ਤੁਹਾਡੇ ਸਿਰਫ 1733 ਰੁਪਏ ਲੱਗਨੇ ਹੈ, ਜਿਹੜੇ ਕਿ ਤੁਸੀਂ ਵਨ ਟਾਈਮ ਫੀਸ ਸਬਮਿਸ਼ਨ ਕਰਾਣੀ ਹੈ। ਉਸ ਤੋਂ ਇਲਾਵਾ ਤੁਹਾਡੀ ਕੋਈ ਫੀਸ ਨਹੀਂ ਲੱਗਦੀ ਤੇ ਇਹ ਬਹੁਤ ਵਧੀਆ ਓਪਰਚੁਨਿਟੀ ਹੈ ਬੱਚਿਆਂ ਲਈ ਕਿ ਉਹ ਇੰਨੀ ਘੱਟ ਫੀਸ 'ਚ ਇੱਕ ਆਪਣਾ ਪ੍ਰੋਫੈਸ਼ਨਲ ਕੋਰਸ ਪੂਰਾ ਕਰ ਸਕਦੇ ਹੈ। ਬਿਕੋਜ਼ ਜੇ ਅਸੀਂ ਗੱਲ ਕਰੀਏ ਇੰਜੀਨੀਅਰਿੰਗ ਕੋਰਸਿਸ ਦੀ ਤੇ ਇੰਜੀਨੀਅਰਿੰਗ ਕੋਰਸਿਸ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ। ਦੂਸਰੀ ਸਕਾਲਰਸ਼ਿਪ ਸਾਡੇ ਕੋਲ ਹੈਗੀ ਹੈ ਪਰਸੈਂਟੇਜ ਬੇਸਿਸ ਤੇ, ਜੋ ਜਰਨਲ ਐਂਡ OBC ਕੈਟੇਗਰੀ ਦੇ ਬੱਚਿਆਂ ਨੂੰ ਮਿਲਦੀ ਹੈ ਕਿ ਜਿੰਨੇ ਪ੍ਰਤੀਸ਼ਤ ਮਾਰਕਸ ਤੁਹਾਡੇ 10ਵੀਂ 'ਚ ਹੈਗੇ ਹੈ 19% ਫੀਸ ਤੁਹਾਡੀ ਘੱਟ ਹੋ ਜਾਵੇਗੀ। ਜੇ ਮੈਂ ਸਪੈਸੀਫਿਕਲੀ ਗੱਲ ਕਰਾਂ ਤੇ ਜਿਹੜੇ ਬੱਚੇ 60 ਤੋਂ 70% ਨੰਬਰ ਲੈਂਦੇ ਹੈ ਉਹਨਾਂ ਦੀ ਇੱਕ ਸਮੈਸਟਰ ਦੀ ਫੀਸ ਹੋਏਗੀ, ਪਹਿਲੇ ਸਮੈਸਟਰ ਦੀ ਫੀਸ 10,450 ਰੁਪਏ ਤੇ ਈਵਨ ਸਮੈਸਟਰ ਦੀ ਫੀਸ 3300 ਰੁਪਏ। ਜਿਹੜੇ ਬੱਚਿਆਂ ਦੇ ਪਰਸੈਂਟੇਜ ਜਾਂ ਨੰਬਰ 10ਵੀਂ 'ਚ 70 ਤੋਂ 80% ਨੇ ਉਹਨਾਂ ਦੀ ਔਡ ਸਮੈਸਟਰ ਦੀ ਫੀਸ ਹੋਏਗੀ 9,350 ਰੁਪਏ ਤੇ ਈਵਨ ਸਮੈਸਟਰ ਦੀ ਫੀਸ ਹੋਏਗੀ 2200। ਜਿਹੜੇ ਬੱਚੇ 80 ਤੋਂ 90% ਮਾਰਕਸ ਲੈਂਦੇ ਆ ਉਹਨਾਂ ਨੂੰ ਹੋਰ ਫਾਇਦਾ ਆ, ਉਹਨਾਂ ਦੀ ਔਡ ਸਮੈਸਟਰ ਦੀ ਫੀਸ ਹੋਏਗੀ 8,250 ਰੁਪਏ ਤੇ ਈਵਨ ਸਮੈਸਟਰ ਦੀ ਫੀਸ ਹੋਏਗੀ 1100। ਤੇ ਜਿਹੜੇ ਬੱਚੇ 90% ਤੋਂ ਵੀ ਵਧੀਆ ਨੰਬਰ ਲੈਂਦੇ ਹੈ ਤੇ ਉਹਨਾਂ ਦੀ ਫੀਸ ਔਡ ਸਮੈਸਟਰ ਲਈ ਹੋਏਗੀ 7,150 ਰੁਪਏ ਤੇ 50 ਰੁਪਏ ਤੇ ਈਵਨ ਸਮੈਸਟਰ 'ਚ ਉਹਨਾਂ ਦੀ ਕੋਈ ਫੀਸ ਨਹੀਂ ਲੱਗੇਗੀ। ਜਿਹੜੇ ਬੈਨੀਫਿਟਸ ਨੇ, ਸਕਾਲਰਸ਼ਿਪ ਬੈਨੀਫਿਟਸ ਨੇ, ਜਿਹੜੀ SC ST ਫ੍ਰੀ ਐਜੂਕੇਸ਼ਨ ਸਕੀਮ ਚੱਲ ਰਹੀ ਹੈ, ਫ੍ਰੀ ਐਜੂਕੇਸ਼ਨ ਫॉर SC ਸਟੂਡੈਂਟਸ, ਇਹ ਸਾਰੀ ਗਵਰਨਮੈਂਟ ਪੋਲੀਟੈਕਨਿਕ ਕਾਲਜ ਫॉर ਗਰਲਸ ਜਲੰਧਰ 'ਚ ਹੀ ਅਵੇਲੇਬਲ ਹੈ। ਜੇ ਤੁਸੀਂ ਕੋਈ ਹੋਰ ਪ੍ਰਾਈਵੇਟ ਕਾਲਜ 'ਚ ਜਾਂਦੇ ਹੋ ਤੇ ਤੁਹਾਨੂੰ ਇਸ ਸਕੀਮ ਦਾ ਬੈਨੀਫਿਟ ਨਹੀਂ ਮਿਲੇਗਾ। ਉਸ ਤੋਂ ਬਾਅਦ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਆ ਕਿ ਸਾਡੇ ਕਾਲਜ 'ਚ ਵੱਖ-ਵੱਖ ਡਿਪਲੋਮਾ ਕੋਰਸਿਸ ਚੱਲ ਰਹੇ ਨੇ, ਉਹ ਡਿਪਲੋਮਾ ਕੋਰਸਿਸ ਬਾਰੇ ਮੈਂ ਤੁਹਾਨੂੰ ਅਲੱਗ-ਅਲੱਗ ਡਿਪਲੋਮਾ ਕੋਰਸਿਸ ਬਾਰੇ ਮੈਂ ਜਾਣਕਾਰੀ ਦੇਣਾ ਚਾਹੁੰਦੀ ਹਾਂ।
सब तो पहला साडे कोल हैगा है डिपार्टमेंट ऑफ अप्लाइड साइंसेस। डिपार्टमेंट ऑफ अप्लाइड साइंसेस जद भी तुसी इंजीनियरिंग दा कोर्स ज्वाइन करते हो ते उस टाइम ते तुसी डिपार्टमेंट ऑफ अप्लाइड साइंस ही ज्वाइन करोगे, बिकॉज AICT दे अकॉर्डिंग सानू अप्लाइड साइंसेस दी नॉलेज होना इंजीनियरिंग नू करन लई बहुत जरूरी है। इसलिए असी डिपार्टमेंट ऑफ अप्लाइड साइंसेस च साइंसेस दे बेसिक सब्जेक्ट पढ़दे हां ताकि जेड़ा साडी लॉजिकल रीजनिंग है, साडी इंजीनियरिंग नॉलेज हैगी है, क्रिटिकल रीजनिंग है, प्रॉब्लम सॉल्विंग है, कम्युनिकेशन स्किल्स ने उन्हां नू डेवलप कीता जा। अप्लाइड साइंसेस असी बेसिक प्रिंसिपल्स हर डिसिप्लिन के बेसिक प्रिंसिपल्स अंडरस्टैंड करेंगे। उस तो बाद साडे कोल है डिपार्टमेंट ऑफ आर्किटेक्चर असिस्टेंटशिप। हुण जेड़ा डिपार्टमेंट ऑफ आर्किटेक्चर असिस्टेंटशिप है, हुण तुसीं देखिया होएगा कि जद भी असीं आपदा घर बनवाने या कोई भी बिल्डिंग असीं खड़ी करनी है, उस टाइम ते असीं नक्शा बनाते। नक्शा कौन बनांदा है? नक्शा आर्किटेक्ट बनांदा है। ते आर्किटेक्ट किद्दां बनदे आ असीं? जे असी डिप्लोमा इन आर्किटेक्चरल असिस्टेंटशिप करिए ते असी अप्रूव्ड लाइसेंस्ड आर्किटेक्ट बनदे हां ते असी किसी भी बिल्डिंग दे प्लान नू डिजाइन नू रिव्यू कर सकते हैं, कंस्ट्रक्शन ऑफ बिल्डिंग ते असी काम कर सकते हैगे हां। ते जे जो भी बच्चा साडा, जो भी विद्यार्थी डिपार्टमेंट ऑफ आर्किटेक्चर असिस्टेंटशिप करदा है, वो लाइसेंस्ड लोकल ਹੁੰਦਾ ਹੈ ਲੋਕਲ ਬੋਡੀ ਦੇ, ताकि वो किसी भी बिल्डिंग ਦੇ स्ट्रक्चर ਨੂੰ ਅਪਰੂਵ ਕਰ ਸਕੇ। ਜਿਹੜਾ ਆਰਕੀਟੈਕਚਰਲ ਅਸਿਸਟੈਂਟਸ਼ਿਪ ਹੈ ਇਹ ਡਿਫਾਈਨ ਕਰਦਾ ਹੈ ਜਰਨਲ ਸੁਪਰਵੀਜ਼ਨ ਨੂੰ, ਅਸੀਂ ਕਿੱਦਾਂ ਪ੍ਰਿਪੇਅਰ ਕਰਨਾ ਹੈ ਐਂਡ ਰਿਵਿਊ ਕਰਨਾ ਹੈ ਪਲਾਨਸ ਬਿਲਡਿੰਗ ਕੰਸਟਰਕਸ਼ਨ ਨੂੰ, ਔਰ ਜੇ ਅਸੀਂ ਕਿਸੇ ਐਗਜ਼ਿਸਟਿੰਗ ਬਿਲਡਿੰਗ ਚ ਮੋਡੀਫਿਕੇਸ਼ਨ ਕਰਨੀ ਹੈ ਉਹ ਸਾਰੇ ਕੰਮ ਆਰਕੀਟੈਕਟ ਕਰਦਾ ਹੈ। नेक्स्ट जेड़ा साडा डिपार्टमेंट है दैट इज डिपार्टमेंट ऑफ कंप्यूटर कैमिकल इंजीनियरिंग। कैमिकल इंजीनियरिंग देखो हुण असीं सारे कोविड-19 दा इरा चल रहा है। फ्रॉम नवंबर 2019 कोविड-19 इज एग्जिस्टिंग इन द वर्ल्ड ते असीं सारे सैनिटाइजर्स यूज कर रहे हैं। ते सैनिटाइजर बेसिकली की है? एक तरह का केमिकल है जो कैमिकल इंजीनियरिंग दे विद्यार्थी या प्रोफेशनल्स द्वारा तैयार किया जाता है। कैमिकल इंजीनियरिंग असी यूज करते हैं डिफरेंट तरीके दे कैमिकल्स नू मैन्युफैक्चर करन लई, डेवलप करन लई एंड डिजाइन करन। कैमिकल इंजीनियरिंग दा काम हुंदा है मैन्युफैक्चरिंग करना, फूड प्रोसेसिंग करना, पेट्रोकैमिकल्स नाल डील करना एंड बायोटेक्नोलॉजी रिलेटेड फील्ड्स दे काम दे नाल रिलेट करना। हुण असी सारे सैनिटाइजर्स दा यूज कर रहे हैं डेली, आफ्टर एवरी 20 मिनट्स और आफ्टर एवरी हाफ एन आवर वी आर यूजिंग सैनिटाइजर। ते सैनिटाइजर एक बहुत वधिया एग्जाम्पल है फ्रॉम द केमिकल इंजीनियरिंग इंडस्ट्री। नेक्स्ट डिपार्टमेंट इज डिपार्टमेंट ऑफ कंप्यूटर साइंस इंजीनियरिंग। हुण जेड़ा युग चल रहा है ना, ये जेड़ा करंट युग है, एक करंट युग असी कह सकते हैं कि एक कंप्यूटर्स दा टाइम है। दिस वर्ल्ड इज अबाउट कंप्यूटर्स। साडे कॉलेज च जेड़ा डिपार्टमेंट ऑफ कंप्यूटर साइंस एंड इंजीनियरिंग चल रहा है, ਉਹਦੇ ਚ ਅਸੀਂ ਫੋਕਸ ਕਰਦੇ ਆ ਬੇਸਿਕ ਐਲੀਮੈਂਟਸ ਆਫ ਕੰਪਿਊਟਰ ਇੰਜੀਨੀਅਰਿੰਗ ਤੇ, ਹਾਰਡਵੇਅਰ ਐਂਡ ਨੈਟਵਰਕਿੰਗ ਤੇ, ਸੌਫਟਵੇਅਰ ਐਪਲੀਕੇਸ਼ਨਸ ਡਿਵੈਲਪ ਕਰਨ ਚ, ਜਿੱਦਾਂ ਕਿ ਤੁਸੀਂ ਦੇਖਦੇ ਹੋ ਤੁਸੀਂ ਫੇਸਬੁੱਕ ਤੁਸੀਂ ਯੂਜ਼ ਕਰਦੇ ਹੋ। ਅੱਜ ਕੱਲ ਅਸੀਂ ਜਿਹੜੀ ਆਨਲਾਈਨ ਸ਼ਾਪਿੰਗ ਕਰ ਰਹੇ ਆ, ਜਿਹੜੀ ਆਨਲਾਈਨ ਰਿਜ਼ਰਵੇਸ਼ਨਸ ਅਸੀਂ ਕਰਦੇ ਆ, ਉਹ ਸਾਰਾ ਕਿਹਦੇ ਕਰਕੇ ਪੋਸੀਬਲ ਹੋ ਪਾਇਆ ਹੈ? ਉਹ ਸਭ ਕੁਝ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਕਰਕੇ ਪੋਸੀਬਲ ਹੋ ਪਾਇਆ ਹੈ। नेक्स्ट डिपार्टमेंट इज डिपार्टमेंट ऑफ इलेक्ट्रॉनिक्स एंड कम्युनिकेशन इंजीनियरिंग। हुण डिजिटल वॉचेस मैनूं लगदा है आजकल बहुत ज्यादा बच्चे यूज करते हैं ते जिहड़ा डिजिटल वॉचेस च डिजिटल सर्किट हुंदा आ ਉਹ बेसिकली इलेक्ट्रॉनिक्स एंड कम्युनिकेशन इंजीनियरिंग दे विद्यार्थी या प्रोफेशनल्स द्वारा डिजाइन किया जाता है। इलेक्ट्रॉनिक्स एंड कम्युनिकेशन इंजीनियरिंग डील करती है इलेक्ट्रॉनिक सर्किट्स दे नाल, VLSI डिवाइसेस डिजाइन दे नाल, ते असी होर जेडे डिफरेंट सिस्टम्स देखते हैं, एग्जिस्टिंग सिस्टम्स देखते हैं जिथे असी अपनी मशीन दे नाल कम्युनिकेट कर सकीए, वो सब कुछ इलेक्ट्रॉनिक्स एंड कम्युनिकेशन इंजीनियरिंग दे नाल रिलेटेड है।
ਅਸੀਂ ਜਿਹੜੇ ਡਿਫਰੈਂਟ ਕੰਪੋਨੈਂਟਸ ਦੇਖ ਰਹੇ ਹਾਂ, ਰੈਜ਼ਿਸਟਰਸ ਹੋ ਗਏ ਸਾਡੇ ਕੋਲ, ਕੈਪੈਸਿਟਰਸ ਹੋ ਗਏ, ਡਾਇਓਡਸ ਹੋ ਗਏ, ਟ੍ਰਾਂजिस्टर्स हो गए, ਇਹ ਸਭ ਕੁਝ ਇਲੈਕਟ੍ਰੋਨਿਕਸ ਐਂਡ ਕਮਿਊਨੀकेशन इंजीनियरिंग ਦਾ ਪਾਰਟ ਹੈ। Next department we have is Department of Information Technology. So it is about power of click to enter the world of knowledge. कि जब तुसी सिंगल क्लिक ते तुहाडे कोल एक समंदर आ जाए नॉलेज दा, ਉਹ बेसिकली हैगा आ इंफॉर्मेशन टेक्नोलॉजी का डिपार्टमेंट। इंफॉर्मेशन टेक्नोलॉजी बेसिकली हाई क्वालिटी अंडर ग्रेजुएट ਨੂੰ ਡਿਵੈਲਪ ਕਰਨ ਵੱਲ ਧਿਆਨ ਦੇ ਰਿਹਾ ਆ। ਅਸੀਂ ਡਿਫਰੈਂਟ ਸੌਫਟਵੇਅਰ ਡਿਜ਼ਾਈਨ ਕਰਦੇ ਆ, ਵੈਬ ਡਿਵੈਲਪਮੈਂਟ ਅਸੀਂ ਕਰ ਰਹੇ ਆ। ਤੁਸੀਂ ਸਾਰੇ ਇੰਸਟਾਗ੍ਰਾਮ, ਸਨੈਪਚੈਟ, WhatsApp ਇਹ ਸਭ ਕੁਝ यूज कर रहे हो। ਜਿਹੜੀ ਲੇਟੈਸਟ ਟੈਕਨੋਲੋਜੀ ਹੈਗੀ ਹੈ ਤੇ ਇਹ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਹ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਦੇ ਪ੍ਰੋਫੈਸ਼ਨਲਸ ਦੁਆਰਾ ਡਿਜ਼ਾਈਨ ਕੀਤੇ ਜਾਂਦੇ ਹਨ। ਜਦ ਅਸੀਂ ਗੱਲ ਕਰੀਏ ਇਨਫੋਰਮੇਸ਼ਨ ਟੈਕਨੋਲੋਜੀ ਦੀ, ਇਨਫੋਰਮੇਸ਼ਨ ਟੈਕਨੋਲੋਜੀ ਇੱਕ ਐਡਵਾਂਸ ਫੀਲਡ ਹੈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ। ਸਭ ਤੋਂ ਪਹਿਲਾਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਐਗਜ਼ਿਸਟੈਂਸ 'ਚ ਆਈ ਸੀਗੀ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਲੇਟੈਸਟ ਨਵੀਂ ਫੀਲਡ ਚੱਲ ਰਹੀ ਹੈ ਕੰਪਿਊਟਰ ਦੀ, ਉਹ ਇਨਫੋਰਮੇਸ਼ਨ ਟੈਕਨੋਲੋਜੀ ਹੈ। ਇਨਫੋਰਮੇਸ਼ਨ ਟੈਕਨੋਲੋਜੀ ਬੇਸਿਕਲੀ ਐਪਲੀਕੇਸ਼ਨ ਹੈ ਕੰਪਿਊਟਰਸ ਐਂਡ ਟੈਲੀਕਮਿਊਨੀਕੇਸ਼ਨ ਦਾ, ਕਿ ਕੰਪਿਊਟਰਸ ਦੀ ਮਦਦ ਦੇ ਨਾਲ ਜਦ ਅਸੀਂ ਟੈਲੀਕਮਿਊਨੀਕੇਸ਼ਨ ਟੈਕਨੋਲੋਜੀ ਨੂੰ यूज करते हैं, वो बेसिकली इन्फॉर्मेशन टेक्नोलॉजी कहलाता है। इन्फॉर्मेशन टेक्नोलॉजी के अंदर असी डिफरेंट न्यू लेटेस्ट सब्जेक्ट पढ़ते हैं, जिदा कि बिग डेटा, क्लाउड कंप्यूटिंग, डिजिटल मार्केटिंग, ऑगमेंटेड रियलिटी, मल्टीमीडिया, ये सारे जिहड़े लेटेस्ट सब्जेक्ट्स ने ये डिपार्टमेंट ऑफ इन्फॉर्मेशन टेक्नोलॉजी के करिकुलम च ऐड किए गए हैं। ते जिन्नियां भी ऑनलाइन सर्विसेज प्रोवाइड कीतियां जा रही ने, ई-कॉमर्स सर्विसेज प्रोवाइड कीतियां जा रही ने, ये सारियां पॉसिबल हो पाइयां ने इन्फॉर्मेशन टेक्नोलॉजी करके। नेक्स्ट जिहड़ा साडा डिपार्टमेंट है वो है डिपार्टमेंट ऑफ लाइब्रेरी एंड इन्फॉर्मेशन साइंस। हुण किसी भी इंस्टीट्यूट दी जिहड़ी नींव है वो लाइब्रेरी तो ही शुरू होती है। किसी भी डिपार्टमेंट च, किसी भी कॉलेज च, यूनिवर्सिटी च लाइब्रेरी होना बहुत जरूरी है, बिकॉज लाइब्रेरी च साडे कोल ज्ञान दा भंडार होता है। बहुत सारियां बुक्स अवेलेबल होंदियां ने जिन्हां तो असीं ज्ञान प्राप्त कर सकते हैं। ते लाइब्रेरी नूं मेनटेन करन लई सानू एक लाइब्रेरीयन दी लोड़ हुंदी है। ते जे असीं लाइब्रेरी एंड इन्फॉर्मेशन साइंस दी गल करिए ते लाइब्रेरी एंड इन्फॉर्मेशन साइंस डिपार्टमेंट डील करदा है फॉर कलैक्शन, प्रिजर्विंग एंड ऑर्गेनाइजिंग बुक्स। एंड जिन्ना भी मटीरियल है, जिन्ना भी रिसर्च मटीरियल है, जिन्ने भी जर्नल्स ने, उन्हां सारियां दी सार संभाल करना ये सारा एक लाइब्रेरी एंड इन्फॉर्मेशन साइंस डिपार्टमेंट दा काम है। ਇਹਦੇ ਚ क्लासिफिकेशन आ जाती है, कैटलॉगिंग, स्टोरिंग एंड रिट्रीविंग इंफॉर्मेशन। नेक्स्ट डिपार्टमेंट इज डिपार्टमेंट ऑफ मॉडर्न ऑफिस प्रैक्टिस। ਹੁਣ ਜਿਹੜਾ ਮਾਡਰਨ ਆਫਿਸ ਪ੍ਰੈਕਟਿਸ ਹੈ, ਅਸੀਂ ਦੇਖਦੇ ਹਾਂ ਕਿ ਜਿੰਨੇ ਕਿਸੇ ਵੀ ਆਫਿਸ 'ਚ ਅਸੀਂ ਜਾਂਦੇ ਹਾਂ, ਜਦ ਅਸੀਂ ਕਿਸੇ ਆਫਿਸ 'ਚ ਐਂਟਰ ਕਰਦੇ ਹਾਂ ਤੇ ਉੱਥੇ ਇੱਕ ਪ੍ਰੋਫੈਸ਼ਨਲ ਬੈਠਾ ਹੁੰਦਾ ਆ ਜੋ ਕੀ ਕਰਦਾ ਆ, ਸਾਨੂੰ ਬਰੀਚ ਕਰਦਾ ਆ, ਸਾਡੇ ਕੰਮ ਦੇ ਨਾਲ ਡੀਲ ਕਰਦਾ ਆ। ਮਾਡਰਨ ਆਫਿਸ ਪ੍ਰੈਕਟਿਸ ਅਨੇਬਲ ਕਰਦਾ ਆ ਸਟੂਡੈਂਟ ਨੂੰ ਬਹੁਤ ਸਾਰੇ ਆਪਰੇਸ਼ਨ ਪਰਫਾਰਮ ਕਰਨ ਲਈ ਜੋ ਮਾਡਰਨ ਮੈਥਡਸ ਨੂੰ ਫੋਲੋ ਕਰਕੇ ਪਰਫਾਰਮ ਹੁੰਦੇ ਹੈ ਤੇ ਮਾਡਰਨ ਇਕਵਿਪਮੈਂਟਸ ਨੂੰ ਯੂਜ਼ ਕਰਕੇ ਪਰਫਾਰਮ ਹੁੰਦੇ ਹੈ। ਇਹ ਸਾਨੂੰ ਅਨੇਬਲ ਕਰਦਾ ਆ ਕਿ ਅਸੀਂ ਆਪਣੇ ਆਫਿਸ ਦੇ ਕੰਮ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਯੂਜ਼ ਕਰਕੇ ਅਸੀਂ ਆਪਣੇ ਆਫਿਸ ਦੇ ਕੰਮ ਨੂੰ ਕਰ ਸਕੀਏ। ਨੈਕਸਟ ਵੀ ਹੈਵ ਡਿਪਾਰਟਮੈਂਟ ਆਫ ਫਾਰਮੇਸੀ। डिपार्टमेंट ऑफ फार्मेसी च वही बच्चा एडमिशन ले सकता है जिहड़े बच्चे ने +2 मैडिकल या +2 नॉन मैडिकल कीती होवे। फार्मेसी बेसिकली दवाइयां नाल असीं डील करदे हां, ड्रग्स टेस्टिंग, कॉस्मेटिक्स एंड आफ्टर कंप्लीशन ऑफ फार्मेसी डिप्लोमा एक जिहड़ा विद्यार्थी है वो रजिस्टर्ड फार्मासिस्ट बन जाता है। वो किथे रजिस्टर हुंदा आ, वो DHS च रजिस्टर हुंदा आ। हुण असीं देखते हां कि अजकल दे टाइम ते बीमारियां बहुत ज़्यादा वध रहीआं ने ते जे बीमारियां वध रहीआं ने दैट मीनस सानू दवाइयां दी लोड़ है ते दवाइयां बेसिकली कौन डेवलप करदा है, जिहड़ा फार्मासिस्ट है या जिहड़े पर्सन ने फार्मेसी दा डिप्लोमा कीता हुंदा आ वो ये दवाइयां बनांदा आ या उन्हां दी टेस्टिंग करदा। ਹੁਣ ਸਾਡੇ ਕਾਲਜ 'ਚ ਵੱਖ-ਵੱਖ ਤਰ੍ਹਾਂ ਦੀ ਲੈਬੋਰਟਰੀਜ਼ ਨੇ ਜਿੱਥੇ ਸਾਡੇ ਬੱਚੇ ਕੰਮ ਕਰਦੇ ਨੇ, ਕੰਪਿਊਟਰ ਲੈਬਸ ਨੇ,
ऑफिस मशीन्स एंड इक्विपमेंट लैब्स ने, इलेक्ट्रॉनिक लैब्स ने साडे कोल, प्रोजेक्ट्स लैब ने जिथे बच्चे अपने फाइनल ईयर का प्रोजेक्ट कंप्लीट करते हैं। ये तो जे तुसी इमेज ते ध्यान दे रहे हो, इत्थे फार्मेसी दी काम चल रहा है, जिथे फार्मास्यूटिक्स का काम चल रहा है, लैब टीचर्स एंड स्टूडेंट्स मिल के कैमिकल्स का कुछ काम कर रहे हैं, कुछ ड्रग्स प्रोडक्शन कर रहे हैं, कुछ कैमिकल रिएक्शन कर रहे हैं। ते साडे कॉलेज च बहुत वधिया फैसिलिटी हैगी है लैबोरेटरीज दी कि बच्चा फुल टाइम अपना जिहड़ा काम है वो कर सकता है। इत्थे मैं एक होर गल मैंशन करना चाहनी हाँ कि डिप्लोमा का जिहड़ा करिकुलम है वो इस तरह डिजाइन किया जाता है कि थ्योरी कंटेंट सिर्फ 40% हुंदा है, क्योंकि असी बिलीव करते हैं प्रैक्टिस मेक्स द स्टूडेंट परफेक्ट। ते जिन्ना ज्यादा बच्चा लैब च प्रैक्टिस करेगा उन्ना ज्यादा वो वधिया एक डिप्लोमा होल्डर बन सकता है। साडे बच्चे बहुत डिफरेंट जगह प्लेस ने, बहुत ज्यादा मल्टीनेशनल कंपनीज च, साडे काफी बच्चे जर्मनी च, बेल्जियम च जॉब कर रहे हैगे है, वधिया प्लेसमेंट रिकॉर्ड है साडा। जिद्दां कि मैं मेंशन कीता है कि साडे बच्चे बहुत वधिया करते हैं अकैडमिक च भी ते को करिकुलर एक्टिविटी च, ते साडे स्टूडेंट जिहड़े हैगे आ वो स्टेट टॉपर्स भी ने, ते बिकॉज असी फोकस करते हैं स्टडीज ते भी एंड को करिकुलर एक्टिविटीज ते भी, बिकॉज असी चाहते हैं कि असी कॉन्फिडेंट सिटीजन्स डेवलप करिए जिन्हां च सेल्फ एस्टीम होवे, इंटीग्रिटी होवे, जो अपने काम नूं वधिया तरीके नाल कर सकन। स्पोर्ट्स एक्टिविटीज साडे कॉलेज च हुंदियां ने, साडे जिहड़ा कह लो कि स्टेट लेवल एक्टिविटीज ने, को करिकुलर एक्टिविटीज उन्हां च साडे बच्चे पार्टिसिपेट करते ने एंड वी हैव मेनी ट्रॉफीज विद अस आल्सो। जिदा तुसी जे इस इमेज च देख रहे हो, अर्थ डे सैलीब्रेशन की जा रही है कि जिहड़ी धरती माता आ ओनू असी कितना साथ संभाल करके रखनी है, ओदी अपने आले दुआले, सिर्फ असी कह लो कि एक प्रोफेशनल नहीं बनना, असी अपना जिहड़ा आले दुआले वाला इन्वायरमेंट है ओनू भी, नेचर नू भी असी संभाल के रखना है। तो ये प्लेसमेंट, टॉप प्लेसमेंट्स ने, Mamta from IT department, she was placed in a company in Europe. Mumtaz Anwar, she is architect from architect department of architecture and she's placed in Monarch Architects Dubai. So साडे बच्चे सिर्फ अपने भारत च नहीं वधिया कर रहे, अपने इंडिया च नहीं वधिया कर रहे कि पूरे वर्ल्ड च उन्होंने साडा नाम पूरा कह लो कि साडा झंडा फहराया होया आ, ते बहुत वधिया प्लेसमेंट्स हो रही ने पूरे विश्व च, पूरे वर्ल्ड च वो काम कर रहे ने इस टाइम ते असीं बहुत प्राउड फील करदे आ इस चीज नूं लेके। So these are also placements, like students are placed in Trident India, Veka Milk Plant, GS Plants, Chinar Fog Limited, railways च placement हो रही है बच्चों दी, गवर्नमेंट जेडे गवर्नमेंट ऑफिसेस ने उत्थे साडे बच्चे प्लेस्ड ने, साइबर सेल च साडे बच्चे प्लेस्ड ने। दैट मीन्स कि कोई भी जब तुसी प्रोफेशनल कोर्स करते हो ते तुहाडी प्लेसमेंट प्राइवेट सैक्टर च भी हो सकती है, गवर्नमेंट सैक्टर च भी हो सकती है, प्लस तुसी डिप्लोमा करके अब्रॉड भी जा सकते हो, वर्क परमिट लेके भी, प्लस तुसी हायर स्टडीज परस्यू करन लई भी फॉरेन कंट्री जा सकते। हाँ जी, हुण इस दे नाल ही मैं इनवाइट करना चाहनी हाँ मिस्टर दिनेश भगत सर नू, ऑफिस इंचार्ज डिपार्टमेंट ऑफ आर्किटेक्चर असिस्टेंटशिप। सर, ओवर टू यू। Thank you, Gurpreet ma'am. Thank you, sir. Everybody can hear me? Am I audible? Ma'am, आवाज आ रही है मेरी? हाँ जी सर, हाँ जी सर। हाँ जी। बच्चे, मैं ਤੁਹਾਨੂੰ ਆਪਣੇ ਕਾਲਜ ਦੇ ਬਾਰੇ ਥੋੜਾ ਜਿਹਾ ਹੋਰ ਮੈਡਮ ਨੇ ਜੋ ਦੱਸਿਆ ਇਹਦੇ ਵਿੱਚ ਦੋ ਚਾਰ ਚੀਜ਼ਾਂ ਹੋਰ ਥੋੜਾ ਜਿਹਾ ਐਡ ਅਪ ਕਰਕੇ ਬਾਕੀ ਸਾਰੀ ਡਿਟੇਲਸ ਦੇ ਵਿੱਚ ਦੱਸਣਾ ਚਾਹੁੰਦਾ। ਮੇਜਰਲੀ ਵੀ ਆਰ ਇਨਟੂ ਲਾਈਕ 52 ਇਅਰਸ ਆਫ ਐਗਜ਼ਿਸਟੈਂਸ, 50 ਸਾਲ ਤੋਂ ਜ਼ਿਆਦਾ ਸਾਨੂੰ ਇਸ ਕਾਲਜ ਨੂੰ ਹੋ ਗਏ ਹੈ। ਔਰ ਤਕਰੀਬਨ ਜਦੋਂ ਸਾਡਾ ਕਾਲਜ ਸ਼ੁਰੂ ਹੋਇਆ ਸੀਗਾ ਉਦੋਂ ਦੇ ਵਿੱਚ ਸਿਰਫ 2 ਡਿਪਾਰਟਮੈਂਟ ਸੀਗੇ। ਅੱਜ ਦੀ ਤਰੀਕ ਦੇ ਵਿੱਚ ਅਸੀਂ ਕੋਈ 8 ਜਾਂ 9 ਡਿਪਾਰਟਮੈਂਟਸ ਦੇ ਨਾਲ ਚਲਾ ਰਹੇ ਹਾਂ ਔਰ ਤਕਰੀਬਨ 700 ਦੇ ਕਰੀਬ ਇਹਦੇ ਵਿੱਚ ਬੱਚੇ ਸਾਡੇ ਕੋਲ ਹੈਗੇ ਆ ਔਰ ਜਲੰਧਰ ਐਂਡ ਸਰਾਊਂਡਿੰਗ ਐਂਡ ਬਾਕੀ ਏਰੀਆਜ਼ ਨੂੰ ਅਸੀਂ ਸਾਰਿਆਂ ਨੂੰ ਕੈਟਰ ਕਰ ਰਹੇ ਹਾਂ। ਸੋ ਕਈ ਕੁਛ ਜਿਹੜੇ ਸਾਡੇ ਡਿਪਾਰਟਮੈਂਟਸ ਜਾਂ ਕੁਛ ਬੱਚੇ ਜਿਹੜੇ ਆ ਪਰਟੀਕੂਲਰ ਬ੍ਰਾਂਚਸ ਦੇ ਜਿਹੜੇ ਬੱਚੇ ਆ ਦੇ ਆਰ ਐਕਸੈਲਿੰਗ
ਵਰਲਡ ਵਾਈਡ ਕਿ ਜਿੱਦਾਂ ਹੁਣ ਮੈਡਮ ਨੇ ਦੱਸਿਆ ਸਾਡੀਆਂ ਪਲੇਸਮੈਂਟਸ ਜਿਹੜੀਆਂ ਇੰਟਰਨੈਸ਼ਨਲ ਪਲੇਸਮੈਂਟਸ ਵੀ ਹੋਈਆਂ, ਬੱਚੇ ਸਾਡੇ ਜਿਹੜੇ ਆ ਲੋਕਲ ਮਾਰਕੀਟ ਵਿੱਚ ਵੀ ਪਲੇਸ ਹੋਏ ਆ, ਬੱਚੇ ਸਾਡੇ ਜਿਹੜੇ ਆ ਗਵਰਨਮੈਂਟ ਜੌਬ ਵਿੱਚ ਵੀ ਪਲੇਸ ਹੋਏ ਆ, ਬੱਚੇ ਸਾਡੇ ਜਿਹੜੇ ਆ ਪ੍ਰਾਈਵੇਟ ਕੰਮ ਵੀ ਕਰ ਰਹੇ ਆ ਔਰ ਆਪਣੇ ਐਂਟਰਪ੍ਰੈਨਿਓਰ ਵੀ ਬਣੇ ਆ। ਸੋ ਇਹ ਇੱਕ ਬਹੁਤ ਅੱਛਾ ਤੁਹਾਨੂੰ ਮੌਕਾ ਹੈ ਕਿ 10th ਔਰ 12th ਤੋਂ ਬਾਅਦ ਜਿਹੜੇ ਬੱਚੇ ਖਾਸ ਕਰ ਲੜਕੀਆਂ ਜਿਹੜੀਆਂ ਕਿ ਉਹ ਅਗਰ ਅੱਗੇ ਹਾਇਰ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਵਿੱਚ ਸੈੱਟ ਹੋਣਾ ਚਾਹ ਰਹੇ ਆ ਬੱਚੇ, ਤੇ ਦੇ ਹੈਵ ਅ ਵੈਰੀ ਗੁੱਡ ਓਪਰਚੁਨਿਟੀ। ਪਾਰਟਿਕੂਲਰਲੀ 100% ਜਿਹੜੀ ਉਹ ਗਵਰਨਮੈਂਟ ਦੀ ਜਿਹੜੀ ਸਕਾਲਰਸ਼ਿਪ ਮਿਲ ਰਹੀ ਹੈ ਔਰ ਸਾਨੂੰ ਕੋਈ ਵੀ ਜ਼ਿਆਦਾ ਫੀਸ ਐਕਸਟਰਾ ਫੀਸ ਨਹੀਂ ਲੈ ਰਿਹਾ, ਕੋਈ ਕੁਝ ਨਹੀਂ ਲੈ ਰਹੇ ਆ। ਪਾਰਟਿਕੂਲਰਲੀ ਐਸਸੀ ਕੈਟਾਗਰੀ ਦਾ ਬੱਚਾ ਜਿਹੜੀ 1700-1800 ਰੁਪਏ ਫੀਸ ਹੈ ਉਹਦੀ 3 ਸਾਲ ਦੀ, ਫਿਰ ਇਸ ਤੋਂ ਬਾਅਦ ਉਹਨੂੰ ਸਕਾਲਰਸ਼ਿਪ ਵੀ ਮਿਲ ਰਹੀ ਹੈ। ਉਸ ਤੋਂ ਬਾਅਦ ਕੰਪਿਊਟਰ ਲੈਬਸ ਐਂਡ ਐਵਰੀਥਿੰਗ, ਉਹ ਸਾਰੀਆਂ ਚੀਜ਼ਾਂ ਸਾਡੇ ਕੋਲ ਵਿੱਚ ਹੈਗੀਆਂ। ਸੋ ਦੇਅਰ ਆਰ ਸਮ ਕੁਝ ਇਹੋ ਜਿਹੇ ਆਫ ਬੀਟ ਜਿਹੜੇ ਸਾਡੇ ਕੋਲ ਡਿਪਲੋਮਾਸ ਹੈਗੇ ਆ ਜਿਹਦੇ ਬਾਰੇ ਕਈ ਵਾਰੀ ਲੋਕਾਂ ਨੂੰ ਥੋੜਾ ਬਹੁਤਾ ਪਤਾ ਨਹੀਂ ਹੁੰਦਾ। ਖਾਸ ਕਰ ਮੈਂ ਤੁਹਾਨੂੰ ਇੱਕ ਜਿੱਦਾਂ ਆਰਕੀਟੈਕਚਰ ਦਾ ਡਿਪਲੋਮਾ ਹੈ, ਆਰਕੀਟੈਕਚਰ ਦੇ ਵਿੱਚ ਕੌਣ ਬੱਚਾ ਐਡਮਿਸ਼ਨ ਲੈ ਸਕਦਾ? ਬੱਚਾ ਉਹ ਐਡਮਿਸ਼ਨ ਲੈ ਸਕਦਾ ਖਾਸ ਕਰ ਜਿਹਦੀ ਡਰਾਇੰਗ ਬਹੁਤ ਅੱਛੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਬੱਚੇ ਪੜ੍ਹਨ ਲਿਖਣ ਦੇ ਵਿੱਚ ਠੀਕ ਠਾਕ ਹੋਣਗੇ ਪਰ ਉਹਨਾਂ ਦੀ ਡਰਾਇੰਗ ਬਹੁਤ ਅੱਛੀ ਹੁੰਦੀ ਹੈ। ਸੋ ਉਹ ਜਿਹੇ ਬੱਚੇ ਜਿਸ ਕਿਸੇ ਦੀ ਡਰਾਇੰਗ ਬਹੁਤ ਅੱਛੀ ਹੈ ਉਹ ਬੱਚਾ ਆਰਕੀਟੈਕਚਰ ਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ। ਔਰ ਇਹਦੇ ਵਿੱਚ ਇਹ ਹੈ ਕਿ ਜਿਹੜੇ ਖਾਸ ਕਰ ਬੱਚੇ ਜਿਹੜੇ ਆਰਕੀਟੈਕਚਰ ਵਾਲੇ ਆ ਉਹ ਮਤਲਬ ਕਿ ਕਿਸ ਤਰ੍ਹਾਂ ਕਰ ਸਕਦੇ ਆ, ਜਿੱਦਾਂ ਬਿਲਡਿੰਗਾਂ ਉਹਨਾਂ ਨੇ ਬਿਲਡਿੰਗਾਂ ਬਣਾਉਣੀਆਂ, ਸੋ ਉਹ ਬਿਲਡਿੰਗ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਆਪਾਂ ਉਹਦੇ ਵਿੱਚ ਕਿ ਨਵੇਂ ਸਿਰੇ ਤੋਂ ਕੋਈ ਵੀ ਚੀਜ਼ ਬਿਲਡਿੰਗ ਬਣਾਉਣੀ ਆ। ਅਗਰ ਤੁਸੀਂ ਦੇਖੋਗੇ ਗੁਰਪ੍ਰਕਾਸ਼ ਸਰ ਸਕਰੀਨ ਸ਼ੇਅਰਿੰਗ ਔਨ ਕਰੋਗੇ? ਗੁਰਪ੍ਰਕਾਸ਼ ਸਰ ਅਗਰ ਸਕਰੀਨ ਸ਼ੇਅਰਿੰਗ ਹੋਏਗੀ ਇਹਦੇ ਵਿੱਚ ਤੁਸੀਂ ਆਪ ਵੀ ਕਰ ਸਕਦੇ ਸਕਰੀਨ ਸ਼ੇਅਰ, ਇਹਦੇ ਵਿੱਚ ਤੁਸੀਂ ਕਰ ਸਕਦੇ ਸਕਰੀਨ ਸ਼ੇਅਰ ਸਰ। ਨੀਚੇ ਹੈਗਾ ਤਾਂ ਹੈ ਪਰ ਮੈਂ ਕਰੋ ਤਾਂ ਡਿਸੇਬਲਡ ਪਾਰਟਿਸਿਪੈਂਟ ਸਕਰੀਨ ਸ਼ੇਅਰਿੰਗ ਹੁਣ ਦੇਖੋ ਜਰਾ ਹੋਇਆ? ਹਾਂਜੀ ਹਾਂਜੀ ਹੁਣ ਤੁਸੀਂ ਆਪਣੀ ਕਰ ਲਓ। ਹੋਇਆ ਨਹੀਂ ਹੋਇਆ ਥੋੜਾ ਜਿਹਾ ਅਗਰ ਕਰਿਓ ਤੁਹਾਨੂੰ ਹੋਸਟ ਸਕਰੀਨ ਸ਼ੇਅਰਿੰਗ ਹੋਸਟ ਕੋ ਬਣਾ ਦਿੱਤਾ ਹੈਗਾ ਤੁਹਾਨੂੰ। ਸਕਰੀਨ ਸ਼ੇਅਰਿੰਗ ਅਗਰ ਕਰ ਸਕਦੇ ਸੀਗੇ ਇਹਦੇ ਵਿੱਚ ਥੱਲੇ ਆਪਸ਼ਨ ਹੈਗੀ ਸ਼ੇਅਰ ਸਕਰੀਨ ਦੀ ਥੱਲੇ ਸਭ ਨੂੰ ਥੱਲੇ ਸਕਰੀਨ ਸ਼ੇਅਰ ਸਕਰੀਨ ਪਰ ਨਹੀਂ ਆ ਨਹੀਂ ਰਿਹਾ ਕਿਤੇ ਕੁਝ ਗੜਬੜ ਹੈ। ਕੁਝ 7 ਪੀਪਲ ਇਨ ਦਾ ਵੇਟਿੰਗ ਰੂਮ ਉਹ ਕਰ ਦਿਓ ਐਂਟਰ ਉਹਨਾਂ ਨੂੰ। ਤੁਸੀਂ ਨਾ ਇਦਾਂ ਕਰਿਓ ਮੈਨੂੰ ਬਣਾਇਓ ਹੋਸਟ ਰਾਈਟ ਕਲਿੱਕ ਕਰਕੇ ਨਾ ਆਈਟੀ ਡਿਪਾਰਟਮੈਂਟ ਤੇ ਗੁਰਪ੍ਰੀਤ ਕੌਰ ਆਈਟੀ ਡਿਪਾਰਟਮੈਂਟ। ਇਹਦੇ ਵਿੱਚ ਟਾਈਮ ਵੀ ਹੁਣ ਸਾਡੇ ਕੋਲ ਮੁੱਕਣ ਵਾਲਾ ਹੀ ਆ ਸਰ। ਚਲੋ ਸਰ ਇੱਕ ਮਿੰਟ ਸਕਰੀਨ ਸ਼ੇਅਰਿੰਗ ਅਗਰ ਕਿਤੇ ਹੋ ਸਕਦੇ ਤੇ ਕਰਿਓ, ਅਗਰ ਹੈਗਾ ਤੇ ਕਰ ਦਿਓ। ਇੱਕ ਮਿੰਟ ਮੈਂ ਆਲ ਟਰਾਈ, ਮੈਂ ਥੋੜਾ ਜਿਹਾ ਬੱਚਿਆਂ ਨੂੰ ਦੱਸ ਦਿੰਦਾ। ਸਕਰੀਨ ਸ਼ੇਅਰਿੰਗ ਕਰ ਦਿਓ ਸਰ। ਹੋਇਆ? ਹਾਂਜੀ ਹਾਂਜੀ ਹੋ ਗਿਆ। ਹਾਂਜੀ ਅੱਛਾ ਬੇਟਾ ਅਗਰ ਕੋਈ ਜਿੱਦਾਂ ਆਰਕੀਟੈਕਚਰ ਹੈ, ਆਪਾਂ ਬਿਲਡਿੰਗਾਂ ਦੇ ਨਕਸ਼ੇ ਬਣਾਉਣੇ ਆ, ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਚੀਜ਼ ਅਸੀਂ ਬੱਚਿਆਂ ਨੂੰ ਇੱਥੇ ਸਾਰੀਆਂ ਚੀਜ਼ਾਂ ਸਿਖਾਵਾਂਗੇ। ਜਿੱਦਾਂ ਮੈਡਮ ਨੇ ਪਹਿਲੇ ਵੀ ਦੱਸਿਆ ਇਹ ਜਿਹੜੀਆਂ ਚੀਜ਼ਾਂ ਅਸੀਂ ਟੋਟਲ ਸਾਡੇ ਕੋਲ ਸਾਰੀਆਂ ਲੈਬਸ ਹੈਗੀਆਂ, ਸਭ ਕੁਝ ਹੈਗਾ। ਉਹ ਲੈਬਸ ਦੇ ਵਿੱਚ ਕੰਪਿਊਟਰਾਈਜ਼ ਤਰੀਕੇ ਦੇ ਨਾਲ ਅਸੀਂ ਇਹ ਸਾਰਾ ਕੁਝ ਸਿੱਖਾਂਗੇ। ਤੋ ਇਹਦੇ ਵਿੱਚ ਬਿਲਡਿੰਗਾਂ ਦੇ ਨਕਸ਼ੇ ਹੋ ਗਏ, ਇੰਟੀਰੀਅਰਸ ਹੋ ਗਏ, ਜਾਂ ਕੋਈ ਵੀ ਚੀਜ਼ ਜਿਹੜੀ ਅਗਰ ਆਪਾਂ ਕਰਾਂਗੇ ਨਾ, ਤੋ ਇਹ ਚੀਜ਼ ਅੱਜ ਦੀ ਤਰੀਕ ਵਿੱਚ ਮਾਰਕੀਟ ਵਿੱਚ ਡਿਮਾਂਡ ਜ਼ਿਆਦਾ ਹੈ, ਸਾਡੇ ਕੋਲ ਸਪਲਾਈ ਘੱਟ ਹੈ, ਪਰ ਬੱਚਿਆਂ ਨੂੰ ਬਹੁਤ ਈਜ਼ੀਲੀ ਜਿਹੜੀ ਹੈ ਨਾ ਜੌਬ ਮਿਲ ਜਾਂਦੀ ਹੈ। ਕਾਰਨ ਇਸ ਲਈ ਹੈ ਕਿ ਪੰਜਾਬ ਦੇ ਵਿੱਚ ਸਿਰਫ 4 ਜਗ੍ਹਾ ਤੇ ਆਰਕੀਟੈਕਚਰ ਦਾ ਡਿਪਲੋਮਾ ਤੇ 4 ਇੰਟੂ ਮਤਲਬ ਕਿ 30 ਬੱਚੇ 100-120 ਬੱਚਾ ਸਾਲ ਦਾ ਪਾਸ ਆਊਟ ਹੋ ਰਿਹਾ, ਤੇ ਡਿਮਾਂਡ ਸਾਡੀ ਮਾਰਕੀਟ ਵਿੱਚ ਕਾਫੀ ਜ਼ਿਆਦਾ ਹੈ। ਸੋ ਇਸ ਲਈ ਇਸੇ ਤਰ੍ਹਾਂ ਦੇ ਕੁਝ ਇੱਕ ਦੋ ਹੋਰ ਵੀ ਡਿਪਲੋਮਾਸ ਹੈਗੇ ਆ ਜਿਨ੍ਹਾਂ ਦੇ ਵਿੱਚ ਜਿੱਦਾਂ ਖਾਸ ਕਰ ਅਗਰ ਅਸੀਂ ਕਹੀਏ ਕੈਮੀਕਲ ਇੰਜੀਨੀਅਰਿੰਗ ਜਾਂ ਲਾਇਬ੍ਰੇਰੀ ਸਾਇੰਸ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੇ ਇੱਕੋ ਇੱਕ ਡਿਪਲੋਮਾ ਹੈ। ਸੋ ਉਹਨਾਂ ਬੱਚਿਆਂ ਨੂੰ ਵੀ ਜੌਬ ਜਿਹੜੀ ਬਹੁਤ ਜਲਦੀ ਮਿਲ ਜਾਂਦੀ ਹੈ। ਸੋ ਇਹ ਤੁਸੀਂ ਆਪਣੀ ਉਹਦੇ ਮੁਤਾਬਿਕ ਦੇਖਣਾ
ਕਿ ਕਿਸ ਤਰ੍ਹਾਂ ਆਪਾਂ ਕਿਹਦੇ ਵਿੱਚ ਆਪਣੀ ਹੈਗੀ ਆ ਆਪਣੀ ਅਗਰ ਕਹੀਏ ਕਿ ਆਪਾਂ ਨੂੰ ਕਿ ਆਪਣੀ ਲਾਈਕਿੰਗ ਕਿਹਦੇ ਵਿੱਚ ਹੈਗੇ ਆ ਉਹਦੇ ਵਿੱਚ ਅਸੀਂ ਆਪਾਂ ਜਾ ਸਕਦੇ ਹਾਂ। ਸੋ ਬਾਕੀ ਮੈਡਮ ਨੇ ਮੋਟੇ ਤੌਰ ਤੇ ਇਹਦੇ ਵਿੱਚ ਫੀਸ ਸਟਰਕਚਰ ਐਂਡ ਆਲ ਇਹ ਸਾਰਾ ਕੁਝ ਆਪਾਂ ਨੂੰ ਦੱਸ ਚੁੱਕੇ ਹੋਏ ਆ। ਸੋ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਕਲੋਜ਼ ਕਰਦੇ ਹਾਂ। ਐਨੀ ਟਾਈਮ ਤੁਸੀਂ ਅਗਰ ਇੱਥੇ ਕਾਲਜ ਵਿੱਚ ਆਉਣਾ ਚਾਹੋ ਤਾਂ ਤੁਸੀਂ ਮਿਲ ਸਕਦੇ ਹੋ। ਕਾਲਜ ਦੇ ਵਿੱਚ ਆ ਕੇ ਜਿਹੜੇ ਵੀ ਕਿਸੇ ਵੀ ਹੈਡ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਐਡਮਿਸ਼ਨ ਦੇ ਰਿਗਾਰਡਿੰਗ, ਪਰਮਿੰਦਰ ਮੈਡਮ ਨੂੰ, ਗੁਰਪ੍ਰਕਾਸ਼ ਸਰ ਨੂੰ, ਦਿਨੇਸ਼ ਭਗਤ ਸਰ ਨੂੰ, ਹਰਸ਼ ਸਰ ਨੂੰ, ਵਿਪਨ ਸਰ ਨੂੰ, ਜਾਂ ਫਿਰ ਜਿੱਦਾਂ ਫਾਰਮੇਸੀ ਦੇ ਵਿੱਚ ਐਡਮਿਸ਼ਨ ਹੈ ਤੇ ਉਹ ਜਿਹੜੇ ਆ ਤੁਸੀਂ ਉਹਨਾਂ ਦੇ ਫਾਰਮੇਸੀ ਦੇ ਟੀਚਰਸ ਨੂੰ ਉਹਨਾਂ ਨੂੰ ਕਿਸੇ ਨੂੰ ਵੀ ਮਿਲ ਸਕਦੇ। ਥੈਂਕ ਯੂ ਵੈਰੀ ਮਚ। ਇਹ ਸਰ ਐਂਡ ਕਰ ਸਕਦੇ ਤੁਸੀਂ ਹੁਣ ਭਗਤ ਸਰ ਐਂਡ ਕਰ ਦਿਓ। ਥੈਂਕ ਯੂ ਸਰ। ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਜਿਹੜਾ ਵੈਬਿਨਾਰ ਸੀਗਾ ਔਨ ਕੈਰੀਅਰ ਕਾਉਂਸਲਿੰਗ ਇਹ ਤੁਹਾਡੇ ਲਈ ਜਾਣਕਾਰੀ ਭਰਿਆ ਹੋਏਗਾ ਤੇ ਇਹ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ 'ਚ ਡਾਇਰੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਦੇ ਇੰਟਰਸਟ ਦੇ ਨਾਲ ਆਪਦਾ ਪ੍ਰੋਫੈਸ਼ਨਲ ਕੋਰਸ ਚੂਜ਼ ਕਰ ਸਕੋ ਟੂ ਸੀ ਦ ਵਰਲਡ ਵਿਦ ਯੋਰ ਓਪਨ ਆਈਜ਼ ਕਿ ਤੁਸੀਂ ਇੱਕ ਵਧੀਆ ਪ੍ਰੋਫੈਸ਼ਨਲ ਬਣੋ, ਇੱਕ ਵਧੀਆ ਕੋਰਸ ਤੁਸੀਂ ਚੂਜ਼ ਕਰੋ, ਆਪਣੇ ਇੰਟਰਸਟ ਦੇ ਅਕੋਰਡਿੰਗ ਤੁਸੀਂ ਕੋਰਸ ਚੂਜ਼ ਕਰਨਾ ਆ। ਤੇ ਤੁਸੀਂ ਮੈਡਮ ਪਰਮਿੰਦਰ ਕੌਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9501107392। ਤੁਸੀਂ ਦਿਨੇਸ਼ ਭਗਤ ਸਰ ਦਾ ਨੰਬਰ ਵੀ ਨੋਟ ਕਰ ਸਕਦੇ ਹੋ 9815985775। ਤੁਸੀਂ ਮਿਸਟਰ ਗੁਰਪ੍ਰਕਾਸ਼ ਸਰ ਜੀ ਦਾ ਵੀ ਨੰਬਰ ਨੋਟ ਕਰ ਸਕਦੇ ਹੋ 7009088440। ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਸਾਡੇ ਕਾਲਜ ਵਿਜ਼ਿਟ ਕਰ ਸਕਦੇ ਹੋ, ਜਿਹੜੇ ਵੀ ਡਿਪਾਰਟਮੈਂਟ 'ਚ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਉਸ ਡਿਪਾਰਟਮੈਂਟ 'ਚ ਵਿਜ਼ਿਟ ਕਰਕੇ ਤੁਸੀਂ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਦੇ ਇੰਟਰਸਟ ਦੇ ਅਕੋਰਡਿੰਗ ਆਪਣਾ ਕੋਰਸ ਚੂਜ਼ ਕਰ ਸਕੋ। I want to thanks Principal, Government Polytechnic College for Girls, Jalandhar, all HODs and all participants. I want to congratulate all the members involved and hope this event will be beneficial and informative for all the participants. Thank you all. Thank you. Nice, okay.